ਹਾਂਜੀ ਬੇਟਾ, ਅੱਜ ਦਾ ਸਾਡਾ ਟੌਪਿਕ ਹੈ ਓਸਮੋਸਿਸ ਐਂਡ ਡਿਫਿਊਜ਼ਨ। ਸੋ ਇਹ ਡਿਸਕਸ ਕਰਨ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਅੱਗੇ ਰਿਵਰਸ ਓਸਮੋਸਿਸ ਵੀ ਕਰਾਉਂਗੀ। ਮੇਰਾ ਮੇਨ ਫੋਕਸ ਰਿਵਰਸ ਓਸਮੋਸਿਸ ਤੇ ਹੀ ਸੀਗਾ, ਪਰ ਉਹਦੇ ਲਈ ਪਹਿਲਾਂ ਸਾਨੂੰ ਓਸਮੋਸਿਸ ਔਰ ਡਿਫਿਊਜ਼ਨ ਪੜ੍ਹਨਾ ਜ਼ਰੂਰੀ ਹੈ। ਸੋ ਓਸਮੋਸਿਸ ਕੀ ਹੁੰਦਾ ਬੇਟਾ? The phenomena of flow of solvent through a semi-permeable membrane from pure solvent to solution, या फिर ਅਸੀਂ ਇਹ ਕਹਿ ਸਕਦੇ ਹਾਂ from low solute concentration to high solute concentration। ਇਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਹਮੇਸ਼ਾ, ਖੀਰੇ ਵਾਲਾ। ਜੇ ਅਸੀਂ ਖੀਰੇ ਦੇ ਉੱਤੇ ਥੋੜਾ ਜਿਹਾ ਨਮਕ ਸਪ੍ਰਿੰਕਲ ਕਰ ਦਈਏ, ਫਿਰ ਕੀ ਹੋਊਗਾ? ਖੀਰੇ ਦੇ ਅੰਦਰੋਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਊਗਾ। ਕਿੱਥੇ? ਜਿੱਥੇ ਬਾਹਰ ਨਮਕ ਜ਼ਿਆਦਾ ਹੈ। ਸੋ ਫਲੋ ਕਿਹਦਾ ਹੋਇਆ? ਸੋਲਵੈਂਟ ਦਾ ਹੋਇਆ। ਕਿੱਥੋਂ ਹੋਇਆ? ਖੀਰੇ ਦੇ ਅੰਦਰੋਂ, ਜਿੱਥੇ ਕਿ ਨਮਕ ਘੱਟ ਸੀਗਾ। ਕਿੱਧਰ ਨੂੰ ਪਾਸੇ ਹੋਇਆ? ਜਿੱਥੇ ਨਮਕ ਜ਼ਿਆਦਾ ਸੀ। ਸੋ ਫਿਨੋਮੀਨਾ ਫਲੋ ਆਫ ਸੋਲਵੈਂਟ ਫਰੋਮ ਅ ਰੀਜਨ ਆਫ ਲੋ ਸੋਲਿਊਟ ਕੰਸੈਂਟ੍ਰੇਸ਼ਨ ਟੂ ਹਾਈ ਸੋਲਿਊਟ ਕੰਸੈਂਟ੍ਰੇਸ਼ਨ। ਸੋ ਖੀਰੇ ਦੇ ਅੰਦਰੋਂ ਸਾਰਾ ਪਾਣੀ ਬਾਹਰ ਆ ਗਿਆ। ਸੋ ਇਹ ਓਸਮੋਸਿਸ ਦਾ ਸਭ ਤੋਂ ਬੇਸਿਕ ਐਗਜ਼ਾਮਪਲ ਹੈ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ। ਤੇ ਦੂਸਰਾ ਇੱਕ ਆਪਾਂ ਐਗਜ਼ਾਮਪਲ ਹਮੇਸ਼ਾ ਲੈਂਦੇ ਹਾਂ, ਦੈਟ ਇਜ਼ ਰੇਜ਼ਿਨਸ। ਕਿਸ਼ਮਿਸ਼ ਨੂੰ ਜੇ ਅਸੀਂ ਪਾਣੀ 'ਚ ਡੁਬੋ ਦਈਏ ਤਾਂ ਕੀ ਹੋ ਜਾਂਦਾ? ਕਿਸ਼ਮਿਸ਼ ਜਿਹੜੀ ਹੈ ਉਹ ਫੁੱਲ ਜਾਂਦੀ ਹੈ। ਸੋ ਉਹਦਾ ਸਾਈਜ਼ ਜਿਹੜਾ ਹੈ ਉਹ ਐਕਸਪੈਂਡ ਹੋ ਜਾਂਦਾ ਹੈ, ਫੁੱਲ ਜਾਂਦੀ ਹੈ। ਕਿਉਂ ਬੜੀ ਹੋ ਗਈ? ਕਿਉਂਕਿ ਸਾਰਾ ਪਾਣੀ ਉਹਦੇ ਅੰਦਰ ਐਂਟਰ ਹੋ ਗਿਆ। ਸੋ ਕਿਸ਼ਮਿਸ਼ ਦਾ ਸਾਈਜ਼ ਫੁੱਲ ਗਿਆ। ਹੁਣ ਕਿਉਂ ਇੱਥੇ ਇੱਥੇ ਇਸ ਕੇਸ 'ਚ ਉਲਟਾ ਕਿਉਂ ਹੋਇਆ? ਕਿਸ਼ਮਿਸ਼ ਦਾ ਸਾਈਜ਼ ਪਹਿਲਾਂ ਜਿਹੜਾ ਸੀਗਾ ਉਹ ਛੋਟਾ ਸੀਗਾ, ਤੇ ਪਾਣੀ ਦੇ ਵਿੱਚ ਪਾਉਣ ਤੋਂ ਉਹਦਾ ਸਾਈਜ਼ ਬੜਾ ਕਿਉਂ ਹੋ ਗਿਆ? ਕਿਉਂਕਿ ਇਹਦੇ ਅੰਦਰ ਸ਼ੂਗਰ ਜ਼ਿਆਦਾ ਸੀ। ਸੋਲਿਊਟ ਕੰਸੈਂਟ੍ਰੇਸ਼ਨ ਅੰਦਰ ਹੈ, ਹਾਈ। ਬਾਹਰ ਤਾਂ ਸਿੰਪਲ ਪਾਣੀ ਹੈ। ਸੋ ਵਾਟਰ ਵਿਲ ਐਂਟਰ ਇਨਸਾਈਡ ਦਾ ਰੀਜ਼ਨ, ਤੇ ਹੌਲੀ 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 ਉਹਦਾ ਸਾਈਜ਼ ਕੀ ਹੋ ਜਾਊਗਾ? ਬੜਾ ਹੋ ਜਾਊਗਾ। ਸੋ ਦਿਸ ਇਜ਼ ਆਲਸੋ ਐਨ ਐਗਜ਼ਾਮਪਲ ਆਫ ਓਸਮੋਸਿਸ। ਤੇ ਨੈਕਸਟ ਡੈਫੀਨੇਸ਼ਨ ਹੈ ਡਿਫਿਊਜ਼ਨ। ਅੱਛਾ, ਓਸਮੋਸਿਸ 'ਚ ਸੈਮੀ ਪਰਮੇਬਲ ਮੈਂਬਰੇਨ ਬੋਲਣਾ ਬਹੁਤ ਜ਼ਰੂਰੀ ਹੈ। ਮਤਲਬ ਕਿ ਬਹੁਤ ਪੋਰਸ ਮੈਂਬਰੇਨ ਹੁੰਦੀ ਹੈ, ਜਿਹਦੇ ਵਿੱਚੋਂ ਦੀ, ਜਿਵੇਂ ਪਲਾਂਟ ਸੈਲਸ ਦੇ ਵਿੱਚ ਹੁੰਦੀ ਹੈ। ਸੋ ਉਹਦੇ ਵਿੱਚ ਬਰੀਕ ਬਰੀਕ ਛੇਦ ਹੁੰਦੇ ਨੇ, ਜਿਹਦੇ ਥਰੂ ਕਿ ਛੋਟੇ ਛੋਟੇ ਵਾਟਰ ਮੋਲੀਕਿਊਲ ਜਿਹੜੇ ਨੇ ਉਹ ਬਾਹਰ ਆ ਸਕਦੇ ਨੇ, ਬਾਕੀ ਸੋਲਿਊਟ ਬਾਹਰ ਨਹੀਂ ਆਉਂਦਾ। ਸੋ ਦੂਸਰਾ ਟੌਪਿਕ ਜਿਹੜਾ ਹੈਗਾ ਦੈਟ ਇਜ਼ ਡਿਫਿਊਜ਼ਨ। ਸੋ ਡਿਫਿਊਜ਼ਨ ਕੀ ਹੁੰਦਾ ਹੈ? ਇਹਦਾ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੰਦੀ ਹਾਂ। ਜਿਵੇਂ ਅਸੀਂ ਰੂਮ ਦੇ ਵਿੱਚ ਇੱਕ ਪਰਫਿਊਮ ਸਪਰੇ ਕੀਤਾ ਜਾਂ ਅਗਰਬੱਤੀ ਜਲਾਈ, ਤਾਂ ਥੋੜੀ ਦੇਰ ਬਾਅਦ ਉਹ ਸਾਰੇ ਰੂਮ 'ਚ ਖੁਸ਼ਬੂ ਫੈਲ ਜਾਂਦੀ ਹੈ। ਇਹਦਾ ਮਤਲਬ ਕੀ ਹੋਇਆ? ਕਿ ਮਿਕਸ ਹੋ ਗਈ ਪਰਫਿਊਮ ਔਰ ਜਾਂ ਅਗਰਬੱਤੀ ਦੀ ਖੁਸ਼ਬੂ ਹਵਾ ਦੇ ਨਾਲ ਮਿਕਸ ਹੋ ਕੇ ਫੈਲੀ ਜਾ ਰਹੀ ਹੈ, ਫੈਲੀ ਜਾ ਰਹੀ ਹੈ, ਜਦ ਤੱਕ ਕਿ ਸਾਰਿਆਂ ਦਾ ਕੰਸੈਂਟ੍ਰੇਸ਼ਨ ਸੇਮ ਨਹੀਂ ਹੋ ਜਾਂਦਾ। ਸੋ ਇਹਦੇ ਵਿੱਚ ਦੋਨੋਂ ਚੀਜ਼ਾਂ ਮੂਵ ਕਰਦੀਆਂ ਨੇ। ਸੋ ਇਹਨੂੰ ਅਸੀਂ ਬੋਲਾਂਗੇ ਮੂਵਮੈਂਟ ਆਫ both solute as well as solvent from a region of high concentration, ਜਿੱਥੇ ਆਪਾਂ ਸਪਰੇ ਕੀਤਾ ਸੀ, ਜਾਂ ਫਿਰ ਹਾਈ ਪ੍ਰੈਸ਼ਰ ਬੋਲ ਸਕਦੇ ਹਾਂ, to a region of low concentration। ਸੋ ਇਹ ਕੀ ਹੈ? ਡਿਫਿਊਜ਼ਨ। ਇਹਦੇ ਵਿੱਚ ਕਿਸੇ ਸੈਮੀ ਪਰਮੇਬਲ ਮੈਂਬਰੇਨ ਦੀ ਲੋੜ ਨਹੀਂ ਹੈ। ਰੂਮ 'ਚ ਕਿਹੜਾ ਸੀ ਕੋਈ ਮੈਂਬਰੇਨ ਲਗਾਈ ਹੋਈ ਸੀ, ਹੈ ਨਾ? तो ਅਸੀਂ ਪਰਫਿਊਮ ਸਪਰੇ ਕੀਤਾ ਤਾਂ ਸਾਰੇ ਰੂਮ 'ਚ ਆਪਣੇ ਆਪ ਫੈਲ ਗਿਆ, ਨਾ ਕਿਸੇ ਨੇ ਮਿਕਸ ਕੀਤਾ। ਹਵਾ ਦੇ ਵਿੱਚ ਹੀ ਆਪਣੇ ਆਪ ਸੋਲਿਊਟ ਸੋਲਵੈਂਟ ਦੋਨੋਂ ਮੂਵ ਹੋਏ, ਤੇ ਨੇਚਰ ਦਾ ਬੇਟਾ ਨਿਯਮ ਹੈ, ਹਰ ਚੀਜ਼ ਨੂੰ ਉਹ ਬੈਲੈਂਸ ਕਰਦਾ। ਸੋ ਆਪਣੇ ਆਪ ਹੀ ਜਦ ਤੱਕ ਯੂਨੀਫਾਰਮ ਕੰਸੈਂਟ੍ਰੇਸ਼ਨ ਨਹੀਂ ਹੁੰਦੀ, ਇਹ ਕਰਦਾ ਰਹਿੰਦਾ ਫਲੋ। ਨੈਕਸਟ ਇੱਕ ਡਿਫਰੈਂਸ ਲਿਖ ਰੱਖਿਆ, ਇਹ ਪੁਆਇੰਟਸ ਬੜੇ ਅੱਛੇ ਨੇ, ਇਹ ਜ਼ਰੂਰ ਕਈ ਵਾਰੀ ਪੇਪਰ 'ਚ ਆ ਜਾਂਦਾ ਹੈ। ਸੋ ਡਿਫਰੈਂਸ ਬਿਟਵੀਨ ਓਸਮੋਸਿਸ ਐਂਡ ਡਿਫਿਊਜ਼ਨ। ਓਸਮੋਸਿਸ ਦੇ ਵਿੱਚ ਲਿਖਣਾ ਸੀ ਓਸਮੋਸਿਸ ਟੇਕਸ ਪਲੇਸ ਥਰੂ ਅ ਸੈਮੀ ਪਰਮੇਬਲ ਮੈਂਬਰੇਨ। ਡਿਫਿਊਜ਼ਨ ਦੇ ਵਿੱਚ no semi permeable membrane is required। ਸੈਕੰਡ ਹੈ ਸੋਲਵੈਂਟ ਮੋਲੀਕੂਲਸ ਸਿਰਫ ਮੂਵ ਕਰਦੇ ਨੇ, ਕਿਹਦੇ ਵਿੱਚ? ਓਸਮੋਸਿਸ। ਡਿਫਿਊਜ਼ਨ ਦੇ ਵਿੱਚ both solute as well as solvent molecules move। ਸੋ ਇਹ ਸੈਕੰਡ ਪੁਆਇੰਟ ਹੋ ਗਿਆ। ਥਰਡ, molecules of solvent move from a region of low solute concentration to high solute concentration osmosis। Diffusion ਦੇ ਵਿੱਚ both molecules solute as well as solvent move from a region of high concentration to a region of low concentration। Osmosis is limited to solutions only. Diffusion is common in both gases as well as liquids। Osmosis can be stopped or reversed by applying extra pressure on higher concentration site, लेकिन diffusion जो है it cannot be stopped। So बेटा ये सीखे differences between osmosis and diffusion। ਦੈਨ ਇੱਕ ਨਵੀਂ ਟੌਪਿਕ ਹੈ ਔਸਮੋਟਿਕ ਪ੍ਰੈਸ਼ਰ। ਹੁਣ ਇਹ ਕੀ ਹੈ? ਇਹ ਬੇਟਾ ਇਹ ਐਕਸਟਰਾ ਪ੍ਰੈਸ਼ਰ ਹੈ ਜਿਹੜਾ ਅਸੀਂ ਲਗਾਉਣਾ ਹੈ ਤਾਂ ਕਿ ਔਸਮੋਸਿਸ ਰੁਕ ਜਾਵੇ। ਸੋ ਇਟ ਇਜ਼ ਦ ਐਕਸੈਸ ਪ੍ਰੈਸ਼ਰ ਵਿਚ ਮਸਟ ਬੀ ਅਪਲਾਈਡ, ਕਿੱਥੇ ਲਗਾਉਣਾ ਹੈ? ਟੂ ਸੋਲਿਊਸ਼ਨ ਸਾਈਡ, ਟੂ ਪ੍ਰੀਵੈਂਟ ਪੈਸੇਜ ਆਫ ਸੋਲਵੈਂਟ ਇਨਟੂ ਇਟ ਥਰੂ ਅ ਸੈਮੀ ਪਰਮੇਬਲ ਮੈਂਬਰੇਨ। ਸੋ ਇਹ ਸੀਗਾ ਸਾਡਾ ਔਸਮੋਟਿਕ ਪ੍ਰੈਸ਼ਰ ਦੀ ਡੈਫੀਨੇਸ਼ਨ, ਵੀ ਉਹ ਐਕਸਟਰਾ ਪ੍ਰੈਸ਼ਰ ਜਿਹੜਾ ਸਾਨੂੰ ਲਗਾਉਣਾ ਪਊਗਾ ਤਾਂ ਕਿ ਔਸਮੋਸਿਸ ਜੋ ਹੈ ਬੰਦ ਹੋ ਜਾਵੇ। ਸੋ ਨੈਕਸਟ ਟੌਪਿਕ ਕੀ ਹੈ ਬੇਟਾ? ਰਿਵਰਸ ਔਸਮੋਸਿਸ। ਹੁਣ ਇਹ ਤੁਸੀਂ ਡਾਇਗਰਾਮ ਤੁਸੀਂ ਦੇਖ ਸਕਦੇ ਹੋ।
ਇਹਦੇ ਵਿੱਚ ਆਪਾਂ ਇੱਕ ਮਿੰਟ ਮੈਂ ਐਡੀਟਿੰਗ ਮੋਡ ਲੈ ਲੈਂਦੀ ਹੈ। ਯੈਸ। ਸੋ ਇਸ ਡਾਇਗਰਾਮ 'ਚ ਇੱਥੇ ਫੋਕਸ ਕਰੋ। ਇੱਥੇ ਇੱਕ ਅਸੀਂ ਮਤਲਬ ਕੁਛ ਵੀ ਸਿਸਟਮ ਲੈ ਰੱਖਿਆ ਜਿਹਦੇ ਵਿੱਚ ਅਸੀਂ ਇੱਕ ਸਾਈਡ ਤੇ ਇੱਧਰ ਅਸੀਂ ਲਿਖ ਰੱਖਿਆ ਸੀ ਵਾਟਰ ਜਾਂ ਫਿਰ ਸਾਲਟ ਵਾਲਾ ਵਾਟਰ। ਇੱਧਰ ਹੈਗਾ ਸਾਡਾ ਪਿਓਰ ਵਾਟਰ ਇਸ ਸਾਈਡ ਵਾਲਾ। ਲੈਫਟ ਸਾਈਡ ਤੇ ਪਿਓਰ ਹੈ, ਰਾਈਟ ਸਾਈਡ ਤੇ ਸੀ ਵਾਟਰ ਹੈ, ਵਿੱਚ ਕੀ ਹੈ ਸੈਮੀ ਪਰਮੇਬਲ ਮੈਂਬਰੇਨ। ਸੋ ਨਾਰਮਲ ਟੈਂਡੈਂਸੀ ਕੀ ਹੋਊਗੀ? ਨਾਰਮਲ ਟੈਂਡੈਂਸੀ ਕੀ ਹੋਊਗੀ ਕਿ ਜੇ ਅਸੀਂ ਇਹਨੂੰ ਇਸ ਤਰ੍ਹਾਂ ਰੱਖਤਾ ਸਿਚੁਏਸ਼ਨ 'ਚ ਤਾਂ ਫਿਰ ਓਸਮੋਸਿਸ ਹੋਊਗਾ। ਓਸਮੋਸਿਸ ਕੀ ਹੁੰਦਾ ਹੈ? ਫਲੋ ਆਫ ਸੋਲਵੈਂਟ ਫਰੋਮ origin of low solute concentration to origin of high, ਤਾਂ ਇੱਧਰ ਨੂੰ ਜਾਊਗਾ ਸਾਰਾ। ਠੀਕ ਹੈ ਨਾ, ਜਿਹੜਾ ਆਪਾਂ ਹੁਣ ਤੱਕ ਪੜ੍ਹਦੇ ਆਏ ਓਸਮੋਸਿਸ। ਸੋ ਸੋਲਵੈਂਟ ਜਿਹੜਾ ਹੈਗਾ ਪਿਓਰ ਤੋਂ ਨਮਕ ਵਾਲੀ ਪਾਣੀ ਵਾਲੀ ਤਰਫ ਚਲਾ ਜਾਊਗਾ। ਤਾਂ ਇਹ ਤਾਂ ਸਾਡੀ ਪ੍ਰੋਬਲਮ ਹੱਲ ਨਹੀਂ ਹੋਈ। ਅਸੀਂ ਚਾਹੁੰਦੇ ਹਾਂ ਸਾਨੂੰ ਜਿਹੜੀ ਵਾਟਰ ਦਾ ਕ੍ਰਾਈਸਿਸ ਹੋ ਰਿਹਾ, ਅਸੀਂ ਚਾਹੁੰਦੇ ਹਾਂ ਕਿ ਵਾਟਰ ਪ੍ਰੋਬਲਮ ਸੋਲਵ ਹੋ ਜਾਵੇ। ਤਾਂ ਫਿਰ ਅਸੀਂ ਸੀ ਵਾਟਰ ਤੋਂ ਸਾਫ਼ ਪਾਣੀ ਇੱਧਰ ਇੱਧਰ ਲੈ ਕੇ ਆਉਣਾ ਚਾਹੁੰਦੇ ਹਾਂ, ਪਰ ਨਾਰਮਲੀ ਹੋ ਕੀ ਰਿਹਾ ਇਸ ਪਾਸੇ ਜਾ ਰਿਹਾ। ਤਾਂ ਅਸੀਂ ਇਹਨੂੰ ਉਲਟੀ ਦਿਸ਼ਾ 'ਚ ਕਿਵੇਂ ਲੈ ਕੇ ਜਾਵਾਂਗੇ ਜਿਹੜੀ ਸਾਨੂੰ ਫੇਵਰ ਕਰਦੀ ਹੈ? ਸਾਨੂੰ ਚਾਹੀਦਾ ਹੈ ਪਿਓਰ ਵਾਟਰ ਵਧਾਉਣਾ। ਤਾਂ ਅਸੀਂ ਕੀ ਕਰਦੇ ਹਾਂ ਬੇਟਾ, ਇੱਥੇ ਤੁਸੀਂ ਦੇਖ ਸਕਦੇ ਹੋ ਸਿਸਟਮ ਬਣਿਆ ਹੋਇਆ। ਪ੍ਰੈਸ਼ਰ ਪਾਉਂਦੇ ਹਾਂ ਅਸੀਂ ਇਹਦੇ ਇਸ ਸਾਈਡ ਤੋਂ ਪ੍ਰੈਸ਼ਰ ਪਾਉਂਦੇ ਹਾਂ। ਪ੍ਰੈਸ਼ਰ ਸ਼ੁੱਡ ਬੀ ਗ੍ਰੇਟਰ ਦੈਨ ऑस्मोटिक प्रेशर। ठीक है, ऐसे ग्रेटर देन पाई प्रेशर लगावांगे। ऑस्मोटिक प्रेशर पाई तो ज़्यादा इस पासे असी प्रेशर लगावांगे तो ये फोर्स करूगा वाटर नू इस पासे जाण दे लई। किहड़े पासे? प्योर वाटर या फ्रैश वाटर की तरफ जाऊगा तो इत्थे असी कलैक्ट कर लांगे। सो बेटा इस प्रोसैस नू बोलदे असी रिवर्स ऑस्मोसिस। सो द प्रोसेस ऑफ मूवमेंट ऑफ सॉल्वेंट थ्रू सैमी परमेबल मैम्ब्रेन from solution to pure solvent by applying extra pressure on solution side. This is called reverse osmosis. आई होप भी ਤੁਹਾਨੂੰ ਸਮਝ ਆ ਗਿਆ ਹੈ। ਸੋ ਇੱਕ ਲਾਸਟ ਹੈ ਆਪਾਂ ਇਹਨੂੰ ਐਪਲੀਕੇਸ਼ਨ, ਇਹ ਇੱਕ ਕੋਲੀਗੇਟਿਵ ਪ੍ਰੋਪਰਟੀ ਹੈ, ਤੁਹਾਨੂੰ ਪਤਾ ਹੀ ਹੈ। ਸੋ ਅਸੀਂ ਕੋਲੀਗੇਟਿਵ ਪ੍ਰੋਪਰਟੀਜ਼ ਨੂੰ ਯੂਜ਼ ਕਰਦੇ ਹਾਂ ਟੂ ਫਾਈਂਡ ਆਊਟ ਮੋਲੀਕੂਲਰ ਮਾਸ ਆਫ ਅਨਨੋਨ ਸੋਲਿਊਟ। ਸੋ ਆਸਮੋਟਿਕ ਪ੍ਰੈਸ਼ਰ ਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ? ਸੋ ਇਹ ਜਿਹੜਾ ਇਹਦਾ ਫਾਰਮੂਲਾ ਕੀ ਹੈ, ਪਾਈ ਇਜ਼ ਇਕੁਅਲ ਟੂ ਸੀ ਆਰ ਟੀ। ठीक है, सी की है कंसंट्रेशन, बेसिकली मोलैरिटी है। सिंस ए डायरेक्ट प्रोपोर्शनल टू कंसंट्रेशन ਆਪਾਂ ਕਹਿ ਦਿੰਦੇ ਹਾਂ ਇਹ ਕੋਲੀਗੇਟਿਵ ਪ੍ਰੋਪਰਟੀ ਹੈ। ਹੁਣ ਇਹਨੂੰ ਯੂਜ਼ ਕਰਕੇ ਮੋਲਰ ਮਾਸ ਕਿਵੇਂ ਪਤਾ ਕਰਨਾ ਹੈ? ਸੋ ਇੱਧਰ ਧਿਆਨ ਦਿਓ, ਪਾਈ ਇਜ਼ ਇਕੁਅਲ ਟੂ ਸੀ ਆਰ ਟੀ, ਬਟ ਸੀ ਇਜ਼ ਇਕੁਅਲ ਟੂ ਐਨ ਅਪੋਨ ਵੀ। ਐਨ ਕੀ ਹੈ? ਨੰਬਰ ਆਫ ਮੋਲਸ, ਵੀ ਕੀ ਹੈ? ਵੋਲਿਊਮ। ਨੰਬਰ ਆਫ ਮੋਲ ਸਾਨੂੰ ਪਤਾ ਹੈ ਡਬਲਿਊ ਬੀ ਓਵਰ ਐਮ ਬੀ ਹੈ। ਸੋ ਮੈਂ ਇਸ ਐਕਸਪ੍ਰੈਸ਼ਨ 'ਚ ਲਿਖੂੰਗੀ ਪਾਈ ਇਜ਼ ਇਕੁਅਲ ਟੂ ਐਨ ਅਪੋਨ ਵੀ ਆਰ ਟੀ। ਉਸ ਤੋਂ ਬਾਅਦ ਜਿਹੜਾ ਹੈਗਾ ਐਨ ਨੂੰ ਖੋਲ ਦਾਂਗੇ, ਆਪਾਂ ਲਿਖਾਂਗੇ ਪਾਈ ਇਜ਼ ਇਕੁਅਲ ਟੂ ਡਬਲਿਊ ਬੀ ਓਵਰ ਐਮ ਬੀ, ਫਿਰ ਆਰ ਟੀ ਓਵਰ ਵੀ ਆਰ। ਸੋ ਸਾਨੂੰ ਇੱਥੇ ਐਮ ਬੀ ਚਾਹੀਦਾ, ਸੋ ਐਮ ਬੀ ਨੂੰ ਇਸ ਪਾਸੇ ਲੈ ਜਾਓ ਔਰ ਪਾਈ ਨੂੰ ਨੀਚੇ ਲੈ ਆਓ। ਸੋ ਕੀ ਹੋ ਜਾਊਗਾ ਫਿਰ? ਐਮ ਬੀ ਇਜ਼ ਇਕੁਅਲ ਟੂ ਡਬਲਿਊ ਬੀ ਆਰ ਟੀ ਓਵਰ ਪਾਈ ਬੀ। ਸੋ ਇਸ ਤਰ੍ਹਾਂ ਅਸੀਂ ਕਿਸੇ ਵੀ ਅਨਨੋਨ ਸੋਲਿਊਟ ਦੀ ਜਿਹੜੀ ਮੋਲੀਕੂਲਰ ਮਾਸ ਹੈ ਐਮ ਬੀ, ਉਹ ਅਸੀਂ ਕੱਢ ਸਕਦੇ ਹਾਂ ਯੂਜ਼ਿੰਗ osmotic pressure, which is a colligative property. I hope it is clear to all of you. Thank you for watching.